बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह ਤੁਸੀਂ ਸਾਰੇ ठीक ठाक ਹੋਵੋਗੇ। अल्लाह ताला सब ਤੇ ਰਹਿਮਤ फरमाए। अल्लाह ताला सब ਨੂੰ ਆਪਣੇ ਹਿਫਜ਼ ਈਮਾਨ ਦੇ ਵਿੱਚ ਰੱਖੇ। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਇੱਕ ਐਸਾ ਵਾਕਿਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਮਸ਼ਹੂਰ ਹੋਇਆ, ਟਾਪ ਟ੍ਰੈਂਡਿੰਗ ਦੇ ਵਿੱਚ ਜਾ ਰਿਹਾ, ਉਹਦੇ ਵਿੱਚ ਦੇਖਿਆ ਜਾਂਦਾ ਕਿ ਇੱਕ ਇੰਡੀਆ ਦੀ ਔਰਤ ਆ, ਬੀਬੀ ਆ, ਕੋ 50-55 ਸਾਲ ਦੀ ਉਹਦੀ ਉਮਰ ਹੋਣੀ ਆ, ਤੇ ਅਮਰੀਕਾ ਦੇ ਵਿੱਚ ਉਹਨੇ ਐਸਾ ਇੱਕ ਕੰਮ ਕੀਤਾ ਕਿ ਸਟੋਰ ਦੇ ਉੱਤੇ ਜਾਂਦੀ ਹੈ ਤੇ ਉੱਥੋਂ ਚੋਰੀ ਕਰ ਲੈਂਦੀ ਆ, ਤੇ ਫਿਰ ਉਹ ਪਕੜੀ ਜਾਂਦੀ ਆ। ਫਿਰ ਪੁਲਿਸ ਉਹਦੇ ਨਾਲ ਕੀ ਸਲੂਕ ਕਰਦੀ ਆ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇੱਕ ਬੀਬੀ ਆ, ਕੋ 50-55 ਸਾਲ ਦੀ ਇੰਡੀਅਨ, ਜਿਹੜੀ ਅਮਰੀਕਾ ਦੀ ਨੈਸ਼ਨੈਲਿਟੀ ਆ, ਉਹਦੇ ਕੋਲ ਅਮਰੀਕਾ ਦੇ ਵਿੱਚ ਰਹਿੰਦੀ ਆ, ਤੇ ਉੱਥੇ ਇੱਕ ਟਾਰਗੇਟ ਸਟੋਰ ਆ, ਯਾਨੀ ਟਾਰਗੇਟ ਕੰਪਨੀ ਦਾ ਨਾਮ ਆ, ਤੇ ਉਹਨਾਂ ਦੀ ਸਮਝੋ ਕਿ ਸ਼ਾਖਾ ਬਹੁਤ ਜ਼ਿਆਦਾ ਨੇ। ਟਾਰਗੇਟ ਕੰਪਨੀ ਦਾ ਨਾਮ ਜਿਹੜਾ, ਤੇ ਉਹ ਟਾਰਗੇਟ ਸਟੋਰ ਦੇ ਉੱਤੇ ਇੱਕ ਜਾਂਦੀ ਆ ਸ਼ਾਪਿੰਗ ਕਰਨ ਵਾਸਤੇ। ਉੱਥੇ ਟਰਾਲੀ ਲੈਂਦੀ ਆ, ਲੈ ਕੇ ਤੇ ਚੀਜ਼ਾਂ ਜਿਹੜੀਆਂ ਉਹ ਵਿੱਚ ਪਾਈ ਜਾਂਦੀ ਆ, ਪਾ ਕੇ ਤੇ ਜਿਸ ਵੇਲੇ ਉਹ ਇੱਕ ਕਾਊਂਟਰ ਲੱਗਾ ਹੁੰਦਾ, ਕੈਸ਼ ਕਾਊਂਟਰ, ਉਸ ਕਾਊਂਟਰ ਦੇ ਉੱਤੇ ਤੁਸੀਂ ਉਹ ਉੱਤੇ ਚੀਜ਼ਾਂ ਦੇ ਲਿਖਿਆ ਹੁੰਦਾ ਹਰ ਸ਼ੈ, ਉਹ ਤੁਸੀਂ ਕੈਮਰੇ ਦੇ ਅੱਗੇ ਕਰਨਾ, ਤੇ ਜਿਹੜਾ ਜਿਹੜਾ ਤੁਸੀਂ ਚੀਜ਼ਾਂ ਕੈਮਰੇ ਦੇ ਅੱਗੇ ਕਰੀ ਜਾਓਗੇ, ਉਹ ਮਸ਼ੀਨ ਜਿਹੜੀ ਆ ਉਹਦਾ ਬਿੱਲ ਬਣਾਈ ਜਾਏਗੀ, ਤੇ ਬਾਅਦ ਦੇ ਵਿੱਚ ਉਹ ਜਿੰਨੀਆਂ ਵੀ ਤੁਸੀਂ ਸ਼ਾਪਿੰਗ ਕੀਤੀ ਆ ਬਿੱਲ ਕੈਲਕੂਲੇਟ ਹੋ ਜਾਏਗਾ। ਤੁਸੀਂ ਫਿਰ ਉਹ ਮਸ਼ੀਨ ਦੇ ਵਿੱਚ ਹੀ ਪੈਸੇ ਪਾਣੇ ਨੇ, ਤੇ ਫਿਰ ਉਹ ਰਸੀਦ ਜਦੋਂ ਬਾਹਰ ਨਿਕਲ ਕੇ ਆ ਜਾਏਗੀ, ਪੈਸੇ ਪਾਓਗੇ ਤੇ ਰਸੀਦ ਤੁਹਾਨੂੰ ਮਿਲ ਜਾਏਗੀ, ਤੁਸੀਂ ਲੈ ਕੇ ਜਾ ਸਕਦੇ ਹੋ। ਇਹ ਉੱਥੇ ਟਾਰਗੇਟ ਸਟੋਰ ਦੇ ਉੱਤੇ ਜਾਂਦੀ ਹੈ ਤੇ ਜਾ ਕੇ ਤੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਦੀ ਆ। ਤਕਰੀਬਨ ਜਿਹੜਾ ਇਹਨੇ ਉੱਥੇ ਮਾਲ ਕੱਢਿਆ ਨਾ, 1300 ਅਮਰੀਕੀ ਡਾਲਰ ਦਾ ਮਾਲ ਸੀ, ਜਿਹੜਾ ਇਹਨੇ ਉਸ ਟੋਕਰੀ ਦੇ ਵਿੱਚ ਪਾਇਆ, ਤੇ ਇਹਨੇ ਫੋਨ ਜਿਹੜਾ ਨਾ ਕੰਨ ਨੂੰ ਲਾਇਆ ਤੇ ਹੌਲੀ ਹੌਲੀ ਬਾਹਰ ਨਿਕਲ ਗਈ ਗੱਲਾਂ ਕਰਦੀ। ਇਹਨੇ ਕਿਹਾ ਹੋਣਾ ਕਿ ਅਗਰ ਮੈਨੂੰ ਪਕੜ ਲਿਆ, ਵੇਖ ਲਿਆ, ਤਾਂ ਮੈਂ ਕਹਿ ਦਾਂਗੀ ਸੌਰੀ, ਮੈਂ ਫੋਨ ਕਰ ਰਹੀ ਸੀ ਤੇ ਮੇਰੀ ਯਾਦ ਨਹੀਂ ਰਿਹਾ, ਮੈਂ ਬਿੱਲ ਪੇ ਕਰ ਦਿੰਦੀ ਆ। ਜਿਸ ਵੇਲੇ ਇਹ ਕਾਊਂਟਰ ਤੋਂ ਬਾਹਰ ਨਿਕਲ ਗਈ, ਉਹ ਜਿੱਥੇ ਪੈਸੇ ਅਦਾ ਕਰਨੇ ਹੁੰਦੇ ਆ ਸਾਰਾ ਕੁਝ, ਜਿਸ ਵੇਲੇ ਬਾਹਰ ਨਿਕਲੀ ਤੇ ਸਟੋਰ ਵਾਲਿਆਂ ਨੇ ਨਾ ਪੁਲਿਸ ਨੂੰ ਕਾਲ ਕਰ ਦਿੱਤੀ ਕਿ ਸਾਡਾ ਇਹ ਮਾਲ ਜਿਹੜਾ ਸੀ ਚੋਰੀ ਕਰਕੇ ਲੈ ਗਈ ਆ। ਪੁਲਿਸ ਆਂਦੀ ਆ, ਪੁਲਿਸ ਇਹਨੂੰ ਪਕੜ ਕੇ ਲੈ ਜਾਂਦੀ ਆ, ਤੇ ਜਿਸ ਵੇਲੇ ਪੁਲਿਸ ਪਕੜਦੀ ਆ, ਇਹ ਉਹਨਾਂ ਦੇ ਅੱਗੇ ਬੜੀਆਂ ਮਾਫੀਆਂ ਮੰਗਦੀ ਆ। ਆਈ ਐਮ ਸੌਰੀ, ਮੈਂ ਬਿੱਲ ਪੇ ਕਰ ਦਿੰਦੀ ਆ, ਜਿੰਨਾ ਵੀ ਬਿੱਲ ਬਣਿਆ ਤੁਹਾਡਾ ਮੈਂ ਤੁਹਾਨੂੰ ਦੇ ਦਿੰਦੀ ਆ, ਮੈਨੂੰ ਮਾਫ ਕਰ ਦਿਓ, ਮੈਨੂੰ ਛੱਡ ਦਿਓ। ਤੁਹਾਨੂੰ ਪਤਾ ਕਿ ਇੰਡੀਆ ਦਾ ਕਾਨੂੰਨ, ਪਾਕਿਸਤਾਨ ਦਾ ਕਾਨੂੰਨ ਔਰ ਅਮਰੀਕਾ ਦਾ ਕਾਨੂੰਨ, ਇਹਨਾਂ ਦੇ ਵਿੱਚ ਬੜਾ ਫਰਕ ਆ। ਸਾਡੇ ਪਾਕਿਸਤਾਨ ਦੇ ਵਿੱਚ ਤਾਂ ਕੋਈ ਚੋਰੀ ਕਰ ਲਵੇ ਤੇ ਪੁਲਿਸ ਨੂੰ ਪੈਸੇ ਦਿਓ ਜਾਂ ਜੋ ਵੀ ਆ, ਸੁਲਹ ਸਫਾਈ ਮਾਲਕਾਨਾ ਕਰ ਲਓ, ਛੁੱਟ ਜਾਂਦੇ ਆ। ਤੇ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਕੋਈ ਗਲਤੀ ਕਰ ਲਈ ਨਾ, ਉੱਥੇ ਉਸ ਗਲਤੀ ਦੀ ਜੋ ਸਜ਼ਾ ਆ ਉਹ ਹੀ ਮਿਲਣੀ ਆ। ਉੱਥੇ ਗਲਤੀ ਦੀ ਜਿਹੜੀ ਸਜ਼ਾ ਆ ਜੇਲ੍ਹ ਆ। ਉਹ ਬੜੀਆਂ ਮਾਫੀਆਂ ਮੰਗਦੀ ਹੈ, ਲੇਕਿਨ ਪੁਲਿਸ ਵਾਲੇ ਕਹਿੰਦੇ ਨਹੀਂ, ਇਹ ਕੋਈ ਮਾਫੀ ਨਹੀਂ, ਤੂੰ ਜੁਰਮ ਕੀਤਾ, ਕਾਨੂੰਨ ਨੂੰ ਤੋੜਿਆ ਔਰ ਲਾਪਰਵਾਹੀ ਕੀਤੀ ਹੈ, ਇਸ ਵਾਸਤੇ ਤੈਨੂੰ ਹੁਣ ਜੇਲ੍ਹ ਜਾਣਾ ਪਏਗਾ। ਤੇ Can I pay for this and finish it? What do you think the answer is going to be? I don't know. It's going to be no, just like it was the other 15 times. Let me just let them know that I'll take a while I'm here. What? I need to call the family, friend, that I will take some time to come home. Please don't do this. Don't resist. Please. It's not going to go well for you. But why? Just stop. We explained it to you, okay? When you take things without permission, that's a crime. But Okay? what do I do now? For how long is it going to be? Hang on. Huh? Okay, just hang on. Okay. We do our paperwork. Sometimes you can leave, okay? Once our paperwork is done, then you leave. Then you can call somebody to pick you up from the station. Did you drive here? No. How'd you get here? They dropped me. Okay, well then they can help you figure it out, or you can call an Uber or whatever. Can't the paperwork be done here only? Do I need to go to the station? Yes. At least you can be, I know you all are being very helpful, but I just need to, you all to help me. First of all, not from this country. If I'm not carrying money or something, it's a different thing. I have money to pay also. I promise. There won't be anything. I just need to pay and finish it. ਇਸ ਵਾਕਿਏ ਦੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਮਸ਼ਹੂਰੀ ਹੋਈ ਆ। ਇੰਡੀਆ ਦਾ ਕੋਈ ਵੀ ਵਲੌਗਰ ਜਿਹੜਾ ਇਹਦੀ ਸਾਈਡ ਨਹੀਂ ਲੈਂਦਾ, ਕੋਈ ਵੀ ਵਲੌਗ ਨਹੀਂ ਬਣਾ ਰਿਹਾ ਇਹਦੇ ਹੱਕ ਦੇ ਵਿੱਚ, ਕਿਉਂਕਿ ਉਹਨੇ ਕਾਨੂੰਨ ਤੋੜਿਆ, ਜੁਰਮ ਹੀ ਆ। ਤੇ ਅਮਰੀਕਾ ਦੇ ਵਿੱਚ ਤਾਂ ਅੱਗੇ ਡੋਨਲਡ ਟਰੰਪ ਸਾਹਿਬ ਜਿਹੜੇ ਆਏ ਨੇ, ਟਰੰਪ ਸਾਹਿਬ ਵੈਸੇ ਡੰਡਾ ਲੈ ਕੇ ਫਿਰ ਰਹੇ ਨੇ, ਜਿੰਨੇ ਵੀ ਲੋਕ ਅਨਲੀਗਲ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਕੱਢਣੇ ਦੇ ਚੱਕਰ ਦੇ ਵਿੱਚ ਨੇ। ਤੇ ਜਦੋਂ ਇਹੋ ਜਿਹਾ ਕੰਮ ਹੋ ਜਾਏ
ਤੇ ਫਿਰ ਉਹ ਬਲਦੀ ਦੇ ਉੱਤੇ ਤੇਲ ਸੁੱਟਣ ਵਾਲੀ ਗੱਲ ਹੀ ਆ ਨਾ। ਤੇ ਡੋਨਲਡ ਟਰੰਪ ਜਿਹੜਾ ਹੋਰ ਤੇਜ਼ ਹੋ ਗਿਆ, ਉਹਨੇ ਕਿਹਾ ਕਿ ਜਿੰਨੇ ਵੀ ਇਹ ਲੀਗਲ ਅਨਲੀਗਲ ਨੇ ਸਾਰਿਆਂ ਨੂੰ ਕੱਢੋ। ਤੇ ਇਹ ਇਹੋ ਜਿਹੇ ਲੋਕ ਜਿਹੜੇ ਨੇ ਨਾ, ਸਹੀ ਲੋਕਾਂ ਨੂੰ ਵੀ ਲੈ ਬਹਿੰਦੇ ਨੇ। ਹੁਣ ਦੇਖੋ ਉੱਥੇ ਜਿੰਨੇ ਵੀ ਇੰਡੀਅਨ ਰਹਿੰਦੇ ਹੋਣਗੇ, ਤਕਰੀਬਨ 100 ਦੇ ਵਿੱਚੋਂ ਉਹ 5-4 ਇਹੋ ਜਿਹੇ ਹੋਣਗੇ ਜਿਹੜੇ ਹਰਕਤਾਂ ਕਰਦੇ ਹੋਣਗੇ। ਉਸ ਤੋਂ ਇਲਾਵਾ ਫਿਰ ਇੰਡੀਅਨ ਕਮਿਊਨਿਟੀ ਜਿੰਨੀ ਵੀ ਉੱਥੇ ਬੈਠੀ ਆ, ਉਹਨਾਂ ਸਾਰਿਆਂ ਦੀ ਬੇਇੱਜ਼ਤੀ ਹੋਈ ਆ ਕਿ ਤੁਹਾਡੇ ਮੁਲਕ ਦੀ ਔਰਤ ਨੇ ਚੋਰੀ ਕੀਤੀ ਆ, ਔਰ ਚੋਰੀ ਵੀ ਜਾਣ ਬੁੱਝ ਕੇ ਕੀਤੀ ਆ। ਤੇ ਤੁਸੀਂ ਇਹ ਦੇਖ ਲਓ ਵੀਡੀਓ ਦੇ ਵਿੱਚ ਉਹ ਮਾਫੀਆਂ ਮੰਗ ਰਹੀ ਆ ਕਿ ਮੈਨੂੰ ਮਾਫ ਕਰ ਦਿਓ, ਮਾਫ ਕਰ ਦਿਓ। ਲੇਕਿਨ ਗੱਲ ਇਹ ਆ ਕਿ ਉੱਥੇ ਇਸ ਤਰ੍ਹਾਂ ਮਾਫੀ ਨਹੀਂ ਮਿਲਦੀ। ਜਿਹੜਾ ਕਾਨੂੰਨ ਤੋੜੇਗਾ, ਜਿਹੜੀ ਵਾਰਦਾਤ ਤੁਸੀਂ ਕੀਤੀ ਆ, ਉਸ ਜੁਰਮ ਦੀ ਜਿਹੜੀ ਸਜ਼ਾ ਆ ਉਹ ਤੁਹਾਨੂੰ ਭੁਗਤਣੀ ਪੈਣੀ ਆ। ਤੇ ਹੁਣ ਇਸ ਔਰਤ ਨੂੰ ਜੇਲ੍ਹ ਹੋਏਗੀ, ਔਰ ਜਿੰਨੀ ਵੀ ਇਸ ਜੁਰਮ ਦੀ ਸਜ਼ਾ ਉਹ ਹੋਏਗੀ। ਇਸ ਦੇ ਵਿੱਚ ਜਿੰਨੇ ਵੀ ਲੋਕ ਨੇ ਪਾਕਿਸਤਾਨ ਦੇ ਜਾਂ ਇੰਡੀਅਨ ਜਾਂ ਕੋਈ ਹੋਰ ਮੁਲਕ ਦੇ, ਜਿੰਨੇ ਵੀ ਲੀਗਲ ਅਨਲੀਗਲ ਰਹਿੰਦੇ ਨੇ, ਸਾਰਿਆਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਆ। ਤੁਸੀਂ ਦੇਖ ਲਓ ਕਿ ਅਮਰੀਕਾ ਦੇ ਵਿੱਚ ਬ੍ਰਾਜ਼ੀਲ ਦੇ ਜਿਹੜੇ ਲੋਕ ਨੇ ਨਾ, ਉਹ ਇਸ ਤਰ੍ਹਾਂ ਦੇ ਇਮਾਨਦਾਰ ਨੇ ਕਿ ਉੱਥੇ ਦੀ ਹਕੂਮਤ ਕਹਿੰਦੀ ਆ ਅਗਰ ਕੋਈ ਅਨਲੀਗਲ ਤੌਰ ਤੇ ਵੀ ਰਹਿ ਰਿਹਾ ਉਹਨੂੰ ਨਾ ਕੱਢੋ, ਕਿਉਂ ਕਿ ਉਹ ਇਮਾਨਦਾਰ ਲੋਕ ਨੇ ਬ੍ਰਾਜ਼ੀਲੀਅਨ। ਤੇ ਇਸ ਵਾਸਤੇ ਸਾਡੇ ਪਾਕਿਸਤਾਨ, ਇੰਡੀਅਨ ਜਾਂ ਇਸ ਤਰ੍ਹਾਂ ਦੇ ਜਿਹੜੇ ਹੋਰ ਮੁਲਕ ਨੇ, ਇਸ ਤਰ੍ਹਾਂ ਦੀ ਵਾਰਦਾਤ ਕਰਦੇ ਨੇ ਜਿਹਦੇ ਵਿੱਚ ਸਾਰੀ ਕਮਿਊਨਿਟੀ ਬਦਨਾਮ ਹੋ ਜਾਂਦੀ ਆ। ਹੁਣ ਇਹਨੇ ਵਾਰਦਾਤ ਕੀਤੀ ਹੈ, ਇੰਡੀਅਨ ਲੋਕ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਮੁxtਲਿਫ ਕਮੈਂਟਸ ਕਰ ਰਹੇ ਨੇ ਤੇ ਭਈ ਇਹਨੇ ਗਲਤ ਕੀਤਾ, ਸਾਡੀ ਬੇਇੱਜ਼ਤੀ ਕਰਵਾਈ ਆ, ਮੁਲਕ ਦਾ ਨਾਮ ਬਦਨਾਮ ਕਰਵਾਇਆ। ਤੇ ਬਾਹਰ ਜਦੋਂ ਵੀ ਤੁਸੀਂ ਜਾਵੋ, ਦੇਖੋ ਅਮਰੀਕਾ ਦਾ ਵੀਜ਼ਾ ਕਿੱਡਾ ਮੁਸ਼ਕਲ ਮਿਲਦਾ। ਬੰਦਾ ਪਹਿਲੀ ਤਾਂ ਗੱਲ ਆ ਵੀਜ਼ਾ ਹੀ ਨਹੀਂ ਮਿਲਦਾ। ਜੇ ਵੀਜ਼ਾ ਮਿਲ ਜਾਂਦਾ ਤੇ ਉਹ ਖੁਸ਼ਕਿਸਮਤ ਆ, ਉਹਨੂੰ ਉੱਥੇ ਜਾ ਕੇ ਫਿਰ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਿਹਦੀ ਵਜ੍ਹਾ ਨਾਲ ਪੂਰਾ ਮੁਲਕ ਬਦਨਾਮ ਹੋਵੇ। ਹੁਣ ਇਹਦੇ ਵਿੱਚ ਇੰਡੀਆ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਆ, ਔਰ ਇਹ ਔਰਤ ਮਾਫੀਆਂ ਮੰਗ ਰਹੀ ਆ। ਤੇ ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ। अस्सलाम वालेकुम व रहमतुल्लाहि व बरकातहू।